ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਸ਼ਾਹ ਦੀ ਢੇਰੀ ਦਾ ਜ਼ਿਕਰ ਵੀ ਆਉਂਦਾ ਹੈ। ਸ਼ਾਹ ਦੀ ਢੇਰੀ ਬਾਜ਼ਾਰ ਵਿੱਚੋਂ ਸੰਤ ਜੀ ਚੱਲੇ ਜਾ ਰਹੇ ਸਨ ਕਿ ਇੱਕ ਚੰਗੇ ਗੁਰਮੁਖ ਸਿੱਖ ਭਾਈ ਗੁਰਮੁਖ ਸਿੰਘ ਜੀ ਦੀ ਹੱਟੀ ਤੇ ਖਲੋ ਗਏ। ਉਸ ਨੂੰ ਆਪ ਜੀ ਨੇ ਫਤਿਹ ਬੁਲਾਈ ਤੇ ਸ਼੍ਰੀ ਪੰਜਾ ਸਾਹਿਬ ਦਾ ਰਾਹ ਪੁੱਛਿਆ। ਉਸ ਨੂੰ ਆਪ ਜੀ ਨੇ ਮੰਜੇ ਤੇ ਬਿਠਾ ਲਿਆ ਤੇ ਬੇਨਤੀ ਕੀਤੀ, ਸੰਤ ਜੀ ਸਾਡੇ ਪਾਸ ਟਿਕੋ। ਸੰਤ ਜੀ ਨੇ ਉੱਤਰ ਵਿੱਚ ਪੰਜਾ ਸਾਹਿਬ ਜਾਣ ਦਾ ਸੰਕਲਪ ਦੱਸਿਆ। ਪ੍ਰੇਮੀ ਨੇ ਸਰਲ ਸੁਭਾਅ ਤੇ ਨਿਰਛਲ ਹਿਰਦਾ ਹੋਣ ਕਾਰਨ ਕਿਹਾ, ਗਰੀਬਾਂ ਕੋਲ ਅੱਜ ਕੱਲ੍ਹ ਸੰਤ ਕਿੱਥੇ ਟਿਕਦੇ ਹਨ? ਜਿੱਥੇ ਕੜਾਹ ਪ੍ਰਸ਼ਾਦ ਦੇ ਗੱਫੇ ਮਿਲਣ ਉੱਥੇ ਹੀ ਜਾਂਦੇ ਹਨ। ਸੰਤ ਜੀ ਪ੍ਰੇਮ ਬਸ ਮਜਬੂਰ ਹੋ ਗਏ ਤੇ ਕਿਹਾ, ਸੱਤ ਬਚਨ ਟਿਕਾਂਗੇ ਪਰ ਰੁੱਖੀ ਮਿੱਸੀ ਹੀ ਖਾਵਾਂਗੇ। ਹੱਟੀ ਤੇ ਵੱਡੇ ਪੁੱਤਰ ਸੁੰਦਰ ਸਿੰਘ ਨੂੰ ਬਿਠਾ ਕੇ ਸੰਤ ਜੀ ਨੂੰ ਉਹ ਆਪਣੇ ਨਾਲ ਘਰ ਲੈ ਗਿਆ। ਬੂਹੇ ਤੇ ਜਾ ਕੇ ਸੁਪਤਨੀ ਰਾਧਾ ਨੂੰ ਕਿਹਾ, ਇਹ ਸੰਤ ਜੀ ਸਾਡੇ ਪਾਸ ਠਹਿਰਨਗੇ। ਪਤਨੀ ਨੇ ਕਿਹਾ, ਧੰਨ ਭਾਗ, ਸੰਤ ਜੀ ਇਹਨਾਂ ਕੋਲ 9 ਮਹੀਨੇ ਟਿਕੇ। ਇਹਨਾਂ ਦਾ ਚੰਗਾ ਕਾਰੋਬਾਰ, ਸੋਹਣਾ ਮਕਾਨ, ਗੁਰੂ ਮਹਾਰਾਜ ਦੇ ਪ੍ਰਕਾਸ਼ ਲਈ ਇਕਾਂਤ, ਚੰਗਾ ਕਮਰਾ ਤੇ ਖਾਸ ਕਰਕੇ ਪਰਿਵਾਰ ਦੀ ਗੁਰਮੁਖਤਾਈ ਤੇ ਸਿੱਖੀ ਪ੍ਰੇਮ ਨੇ ਆਪ ਨੂੰ ਟਿਕਾਈ ਰੱਖਿਆ। ਆਪ ਸਾਰਾ ਦਿਨ ਤੇ ਕਈ ਵਾਰੀ ਸਾਰੀ ਰਾਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰੀ ਜਾਂਦੇ। ਪਾਠ ਕਰਦਿਆਂ ਸਿਰ ਥੱਕ ਜਾਂਦਾ ਤਾਂ ਆਪ ਦਾ ਰੰਗ ਸਾਂਵਲਾ ਪੈ ਜਾਂਦਾ। ਮਾਈ ਰਾਧਾ ਆਪ ਦੀ ਇਹ ਹਾਲਤ ਤਾੜ ਲੈਂਦੀ। ਉਹ ਆਪ ਨਾਲ ਆਪਣੇ ਦੋਹਾਂ ਪੁੱਤਰਾਂ ਸੁੰਦਰ ਸਿੰਘ ਤੇ ਜੈ ਸਿੰਘ ਨਾਲੋਂ ਵੀ ਵੱਧ ਪਿਆਰ ਕਰਦੀ। ਉਸਨੇ ਸੰਤ ਜੀ ਨੂੰ ਕੇਸੀ ਇਸ਼ਨਾਨ ਹਰ ਤੀਜੇ ਚੌਥੇ ਦਿਨ ਕਰਾ ਦੇਣ ਤੇ ਸਿਰ ਤੇ ਮੱਖਣ ਚੱਸ ਦੇਣਾ। ਸੰਤ ਜੀ ਦੇ ਕੇਸ ਬਹੁਤ ਲੰਮੇ ਸਨ। ਖੜੇ ਹੋ ਕੇ ਇਸ਼ਨਾਨ ਕਰਦੇ ਤਾਂ ਕੇਸ ਜ਼ਮੀਨ ਤੇ ਲੱਗ ਜਾਂਦੇ। ਇੱਕ ਵਾਰੀ ਮਾਈ ਨੇ ਖਾਣ ਲਈ ਰੋਟੀ ਨਾਲ ਮੱਖਣ ਰੱਖ ਦਿੱਤਾ। ਸੰਤ ਜੀ ਨੇ ਕਿਹਾ, ਚੁੱਕ ਲਓ, ਸਾਡਾ ਬਚਨ ਰੁੱਖੀ ਸੁੱਖੀ ਖਾ ਕੇ ਰਹਿਣ ਦਾ ਹੈ। ਮਾਤਾ ਜੀ ਨੇ ਮੱਖਣ ਚੁੱਕ ਲਿਆ, ਪਰ ਮਨ ਵਿੱਚ ਸੋਚਦੀ ਰਹੀ ਕਿ ਧੰਨ ਹੈ ਇਹ ਸੰਤ ਤੇ ਧੰਨ ਹੈ ਇਹਨਾਂ ਦੀ ਮਾਤਾ। ਸਰਦੀਆਂ ਦੀਆਂ ਰਾਤਾਂ ਵਿੱਚ ਆਪ ਅਡੋਲ ਬੈਠੇ ਪਾਠ ਕਰਦੇ ਰਹਿੰਦੇ। ਕਈ ਵਾਰੀ ਕੰਬਲੀ ਉਤਰ ਜਾਂਦੀ। ਮਾਤਾ ਜੀ ਉੱਠ ਕੇ ਉੱਪਰ ਦੇ ਆਉਂਦੇ। ਮਾਤਾ ਜੀ ਨੇ ਮੋਟੇ ਖੱਦਰ ਦਾ ਚੋਲਾ ਸਿਉਂ ਕੇ ਰਾਤ ਨੂੰ ਸੰਤ ਜੀ ਦੇ ਗਲ ਪਾ ਦਿੱਤਾ। ਸਵੇਰੇ ਸੰਤ ਜੀ ਨੇ ਕਿਹਾ, ਮਾਤਾ ਜੀ ਸਾਨੂੰ ਕੀ ਬਣਾ ਦਿੱਤਾ ਜੇ? ਤੁਸੀਂ ਸਾਡੇ ਨਾਲ ਬਹੁਤ ਪ੍ਰੇਮ ਕਰਦੇ ਹੋ। ਤੁਸੀਂ ਸਾਡੇ ਕਿਤੇ ਪਿਛਲੇ ਜਨਮ ਦੇ ਮਾਤਾ ਜੀ ਤਾਂ ਨਹੀਂ? ਸੰਤ ਜੀ ਨੇ 1-2 ਵਾਰੀ ਕਿਹਾ ਵੀ ਕਿ ਦਰਿਆ ਚਲਦੇ ਭਲੇ ਤੇ ਫਕੀਰ ਰਮਤੇ ਭਲੇ, ਪਰ ਪਰਿਵਾਰ ਜਾਨ ਨਾ ਦੇਵੇ। ਆਖਰ ਕਾਰਨ ਬਣ ਗਿਆ। ਅਚਾਨਕ ਸਰਦਾਰ ਸੁੰਦਰ ਸਿੰਘ ਜੀ ਬਿਮਾਰ ਹੋ ਗਏ। ਸੰਤ ਜੀ ਦਾ ਇਸ ਨਾਲ ਬਹੁਤ ਪਿਆਰ ਸੀ। ਸੰਤ ਜੀ ਉਸ ਦਾ ਸਿਰ ਆਪਣੇ ਗੋਡੇ ਤੇ ਰੱਖ ਕੇ 3 ਵਾਰੀ ਵਾਹਿਗੁਰੂ 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 ਅਖਵਾਇਆ। ਉਸ ਨੇ ਸਵਾਸ ਤਿਆਗ ਦਿੱਤੇ। ਉਸ ਦਾ ਪ੍ਰੇਮ ਨਾਲ ਸੰਸਕਾਰ ਕੀਤਾ ਗਿਆ। ਉਸ ਦੇ ਨਮਿਤ ਪਾਠ ਨੂੰ ਜੋ ਸੰਤ ਜੀ ਨੇ ਆਪ ਹੀ ਸਾਰਾ ਕਰਕੇ 10ਵੇਂ ਦਿਨ ਭੋਗ ਪਾਇਆ। ਲੰਗਰ ਵਰਤਿਆ। ਰਾਤ ਸੰਤ ਜੀ ਮਹਾਰਾਜ ਦੇ ਕਮਰੇ ਵਿੱਚ ਹੀ ਵਿਰਾਜਦੇ ਸਨ। ਇਸ ਦੇ 2 ਦਰਵਾਜ਼ੇ ਸਨ। ਇੱਕ ਘਰ ਦੇ ਵਿਹੜੇ ਵੱਲ ਖੁੱਲ੍ਹਦਾ ਤੇ ਦੂਜਾ ਬਾਹਰ ਖੇਤਾਂ ਵੱਲ। ਅਗਲੇ ਭਲਕ 2 ਵਜੇ ਸਦਾ ਵਾਂਗ ਜਾ ਕੇ ਸੰਤ ਜੀ ਨੇ ਪੰਜਾ ਸਾਹਿਬ ਵੱਲ ਚਾਲੇ ਪਾ ਦਿੱਤੇ। ਸਵੇਰੇ ਪਰਿਵਾਰ ਨੂੰ ਪਤਾ ਲੱਗਾ ਕਿ ਮਹਾਰਾਜ ਦਾ ਪ੍ਰਕਾਸ਼ ਵੀ ਨਹੀਂ ਕੀਤਾ ਹੋਇਆ। ਖਿਆਲ ਆਇਆ ਕਿ ਕਲਯੁਗ ਵਰਤਾਉਣ ਆਦਿਕ ਦੀ ਸੇਵਾ ਕਰਦਿਆਂ ਸੰਤ ਜੀ ਥੱਕ ਗਏ ਹੋਣਗੇ, ਦੇਰ ਨਾਲ ਜਾਗੇ ਹੋਣਗੇ, ਜੰਗਲ ਪਾਣੀ ਹੋ ਕੇ ਇਸ਼ਨਾਨ ਕਰਕੇ ਆ ਜਾਣਗੇ। ਪਰ ਰਮਤੇ ਫਕੀਰ ਨੇ ਇੱਥੇ ਕਿੱਥੇ ਵਾਪਸ ਆਉਣਾ ਸੀ। ਸੰਤ ਜੀ ਸ਼੍ਰੀ ਪੰਜਾ ਸਾਹਿਬ ਜਾ ਪੁੱਜੇ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਭਰੇ ਪੰਜੇ ਦੇ ਦਰਸ਼ਨ ਕੀਤੇ। ਸਰੋਵਰ ਵਿੱਚ ਇਸ਼ਨਾਨ ਕੀਤਾ। ਵਲੀ ਕੰਧਾਰੀ ਦੀ ਪਹਾੜੀ ਪਰ ਚੜ੍ਹੇ। ਉਸ ਦੇ ਹੰਕਾਰ ਦਾ ਨਕਸ਼ਾ ਸਾਹਮਣੇ ਆ ਗਿਆ। ਧੰਨ ਭਾਈ ਮਰਦਾਨਾ ਕਈ ਵਾਰੀ ਮੂੰਹੋਂ ਨਿਕਲਿਆ। ਜਦੋਂ ਖਿਆਲ ਆਇਆ ਕਿ ਇਸ ਪਿਆਸੇ ਨੇ 3 ਵਾਰੀ ਇਤਨੀ ਉਚਾਈ ਪਰ ਚੜ੍ਹ ਕੇ ਗੁਰੂ ਮਹਾਰਾਜ ਦਾ ਬਚਨ ਪਾਲਿਆ ਤੇ ਗੁਰੂ ਜੀ ਦੀ ਖੁਸ਼ੀ ਲਈ ਰਾਤ ਪਰਿਕਰਮਾ ਵਿੱਚ ਹੀ ਆਰਾਮ ਕੀਤਾ, ਸਵੇਰੇ ਕੀਰਤਨ ਸੁਣ ਕੇ ਚਾਲੇ ਪਾ ਦਿੱਤੇ। ਸੰਤ ਜੀ ਪਹਾੜ ਦੀਆਂ ਗਲੀਆਂ ਦੇ ਰਸਤੇ ਮਾਨ ਸਹਰੇ ਹੁੰਦੇ ਹੋਏ ਦੁਮੇਲ ਪੁੱਜੇ। ਦੁਮੇਲ ਨੂੰ ਮੁਜ਼ੱਫਰ ਨਗਰ ਵੀ ਕਹਿੰਦੇ ਹਨ ਤੇ ਬਹੁਤ ਸੁੰਦਰ ਛੋਟਾ ਜਿਹਾ ਕਸਬਾ ਹੈ। 2 ਦਰਿਆਵਾਂ ਦਾ ਮੇਲ ਇੱਥੇ ਹੁੰਦਾ ਹੈ, ਇਸ ਲਈ ਦੁਮੇਲ ਦੇ ਨਾਮ ਤੋਂ ਅਧਿਕ ਪ੍ਰਸਿੱਧ ਹੋਇਆ। ਦਰਿਆ ਜੇਹਲਮ ਸ਼੍ਰੀਨਗਰ ਬਾਰਾਮੂਲਾ ਊੜੀ ਤੋਂ ਹੁੰਦਾ ਹੋਇਆ ਪਹਾੜਾਂ ਵਿੱਚ ਸੱਪ ਵਾਂਗ ਵੱਲ ਖਾਂਦਾ ਆਉਂਦਾ ਹੈ ਤੇ ਦੂਜੇ ਪਾਸਿਓਂ ਇਸ ਨੂੰ ਹੱਸਦੀ ਨਦੀ ਕ੍ਰਿਸ਼ਨ ਗੰਗਾ ਆ ਮਿਲਦੀ ਹੈ। ਇਹਨਾਂ ਦੋਹਾਂ ਭੈਣਾਂ ਨਦੀਆਂ ਦਾ ਮਿਲਾਪ ਬੜੀ ਰਮਣੀਕ ਅਤੇ ਸੁੰਦਰ ਪਹਾੜੀ ਦੇ ਹੇਠਾਂ ਹੁੰਦਾ ਹੈ। ਸੰਤ ਜੀ ਨੇ ਇਹ ਰਮਣੀਕ ਥਾਂ ਭਜਨ ਲਈ ਚੰਗੀ ਇਕਾਂਤ ਜਾਣੀ। ਆਪ ਕ੍ਰਿਸ਼ਨ ਗੰਗਾ ਦੇ ਕਿਨਾਰੇ ਆਸਣ ਜਮਾ ਕੇ ਬੈਠ ਗਏ।
ਸੰਤ ਭੀਮ ਸਿੰਘ ਜੀ ਸ਼ਾਮ ਨੂੰ ਫਿਰਦੇ ਹੋਏ ਇੱਥੇ ਆ ਨਿਕਲੇ ਤਾਂ ਆਪ ਨੇ ਇਹਨਾਂ ਨੂੰ ਇੱਕ ਇੱਕ ਟੇਕ ਸਮਾਧੀ ਵਿੱਚ ਵੇਖਿਆ। ਆਪ ਵਾਪਸ ਗੁਰਦੁਆਰਾ ਸਾਹਿਬ ਚਲੇ ਆਏ ਜੋ ਇਸ ਪਹਾੜੀ ਦੇ ਉੱਪਰ ਹੈ। ਇੱਥੇ ਲੰਗਰ ਵੀ ਚੱਲਦਾ ਹੈ। ਆਪ ਨੇ ਮਹੰਤ ਦਇਆ ਸਿੰਘ ਜੀ ਨਾਲ ਜ਼ਿਕਰ ਕੀਤਾ ਹੈ। ਦੋਵੇਂ ਹੀ ਗੁਰਮੁਖ ਸੰਤ ਜੀ ਕੋਲ ਆਏ ਤੇ ਆਪ ਜੀ ਨੂੰ ਉੱਪਰ ਇੱਕ ਗੁਫਾ ਵਿੱਚ ਲੈ ਆਏ ਜੋ ਇੱਥੇ ਭਜਨ ਕਰਨ ਵਾਲਿਆਂ ਲਈ ਬਣੀਆਂ ਹੋਈਆਂ ਸਨ। ਇੱਥੋਂ 1 ਮੀਲ ਦੂਰੀ ਪਰ ਜੇਹਲਮ ਕੰਢੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦਾ ਸਥਾਨ ਦਿਸਦਾ ਹੈ। ਕੁਝ ਦਿਨ ਆਪ ਗੁਫਾ ਵਿੱਚ ਟਿਕੇ ਪਰ ਆਪ ਦੀ ਇੱਛਾ ਅਨੁਸਾਰ ਮਹੰਤ ਜੀ ਨੇ ਉਸੇ ਥਾਂ ਦਰਿਆ ਕੰਢੇ ਆਪ ਲਈ ਇੱਕ ਝੁੱਗੀ ਪਵਾ ਦਿੱਤੀ ਜਿੱਥੇ ਆਪ ਕਈ ਮਹੀਨੇ ਭਜਨ ਬੰਦਗੀ ਕਰਦੇ ਰਹੇ। ਫਕੀਰ ਲਈ 3 ਚੀਜ਼ਾਂ ਜ਼ਰੂਰੀ ਹਨ: ਸੁੰਦਰ ਜਲ ਦਾ ਕਿਨਾਰਾ, ਗੁਰੂ ਲੰਗਰ ਵਿੱਚੋਂ ਪ੍ਰਸ਼ਾਦਾ ਤੇ ਰਸ ਭਰੀ ਇਕਾਂਤ ਥਾਂ। ਸੋ ਇਹ ਤਿੰਨੇ ਇੱਥੇ ਮੌਜੂਦ ਸਨ। ਸਮਾਂ ਬੀਤਦਾ ਗਿਆ। ਭਜਨ ਕਰਦਿਆਂ ਸੰਤ ਰਾਮ ਸਿੰਘ ਜੀ ਨਾਲ ਕੀਤਾ ਬਚਨ ਥਮਾਲੀ ਪੂਜਨ ਦਾ ਯਾਦ ਆ ਗਿਆ ਤਾਂ ਆਪ ਨੇ ਇੱਥੋਂ ਦੀ ਸੰਗਤ ਪਾਸੋਂ ਪ੍ਰੇਮ ਨਾਲ ਆਗਿਆ ਲੈ ਕੇ ਚਾਲੇ ਪਾ ਦਿੱਤੇ। ਕੋਹਾਲੇ ਦੇ ਰਸਤੇ ਕੋਮਰੀ ਜਾ ਪੁੱਜੇ। ਖਿਆਲ ਆਇਆ ਕਿ ਪਹਾੜ ਦੀ ਖੁੰਦਰੇ ਬੈਠ ਕੇ ਇਕਾਂਤ ਭਜਨ ਕਰੀਏ। ਸੋ ਆਪ ਨੇ ਇੱਕ ਮਿੱਟੀ ਦੀ ਕੁੰਨੀ, ਨਮਕ ਤੇ ਮਾਚਿਸ ਲੈ ਲਈ ਅਤੇ ਪਹਾੜ ਉੱਪਰ ਚਲੇ ਗਏ ਤਾਂ ਕਿ ਜੇ ਭੁੱਖ ਬਹੁਤ ਸਤਾਏ ਦਰਖਤਾਂ ਦੇ ਪੱਤੇ ਉਬਾਲ ਕੇ ਢਿੱਡ ਭਰ ਲੈਣ। ਫਿਰਦਿਆਂ ਹੋਇਆਂ ਇੱਕ ਸਵੱਛ ਜਲ ਦਾ ਚਸ਼ਮਾ ਨਜ਼ਰ ਆਇਆ। ਥਾਂ ਇਕਾਂਤ ਸੀ, ਉੱਥੇ ਆਸਣ ਲਾ ਦਿੱਤਾ। 3 ਦਿਨ ਤੇ ਰਾਤ ਭਜਨ ਬੰਦਗੀ ਵਿੱਚ ਮਗਨ ਰਹੇ। ਚੌਥੇ ਦਿਨ ਇੱਕ ਮਾਈ ਨੇ ਆ ਕੇ ਪ੍ਰਸ਼ਾਦ ਛਕ ਲੋ ਕਿਹਾ। ਆਪ ਨੇ ਨੇਤਰ ਖੋਲੇ ਤੇ ਹੈਰਾਨ ਹੋ ਕੇ ਪੁੱਛਿਆ, ਦੂਰ ਦੂਰ ਤੱਕ ਕੋਈ ਬਸਤੀ ਨਜ਼ਰ ਨਹੀਂ ਪੈਂਦੀ ਮਾਈ ਜੀ, ਤੁਸੀਂ ਕਿੱਥੋਂ ਤੇ ਕਿਸ ਤਰ੍ਹਾਂ ਆ ਗਏ ਹੋ? ਉਸਨੇ ਨਿਮਰਤਾ ਨਾਲ ਕਿਹਾ ਕਿ ਸਾਹਮਣੇ ਵਾਲੀ ਪਹਾੜੀ ਦੇ ਓਲੇ ਸਾਡਾ ਛੋਟਾ ਜਿਹਾ ਪਿੰਡ ਹੈ ਤੇ ਪਾਣੀ ਭਰਨ ਮੈਂ ਹਰ ਰੋਜ਼ ਇੱਥੇ ਆਉਂਦੀ ਹਾਂ ਤੇ ਆਪ ਨੂੰ ਵੇਖਦੀ ਰਹੀ ਹਾਂ। ਸੋ ਅੱਜ ਪ੍ਰਸ਼ਾਦਾ ਲੈ ਕੇ ਆਈ ਹਾਂ, ਕਿਰਪਾ ਕਰਕੇ ਛਕ ਲਓ। ਆਪ ਨੇ ਮੱਕੀ ਦੇ 2 ਪ੍ਰਸ਼ਾਦੇ ਤੇ ਸਾਗ ਹੱਥ 'ਚ ਲੈ ਲਏ। ਬੜੇ ਪ੍ਰੇਮ ਨਾਲ ਛਕ ਕੇ ਚਸ਼ਮੇ ਦਾ ਪਾਣੀ ਪੀ ਲਿਆ। ਉਹਨਾਂ ਨੂੰ ਨਿਸ਼ਚਾ ਹੋ ਗਿਆ ਕਿ ਦਾਣੇ ਪਰ ਲਿਖਾ ਹੈ ਖਾਣੇ ਵਾਲੇ ਕਾ ਨਾਮ, ਤੇ ਇਸ ਬਹਾਨੇ ਆਪਸ ਵਿੱਚ ਜੀਵਾਂ ਦਾ ਦਰਸ਼ਨ ਮੇਲਾ ਵੀ ਹੋ ਜਾਂਦਾ ਹੈ। ਸੋ ਆਪ ਪਹਾੜੋਂ ਥੱਲੇ ਉਤਰ ਆਏ ਤੇ ਰਾਵਲਪਿੰਡੀ ਆ ਗਏ। ਨੇੜੇ ਹੀ ਤਪੋਵਨ ਵਿੱਚ ਇੱਕ ਗੁਫਾ ਵਿੱਚ ਕੁਝ ਦਿਨ ਗੁਪਤ ਰਹੇ ਪਰ ਫਿਰ ਖਿੱਚ ਸੰਤ ਰਾਮ ਸਿੰਘ ਜੀ ਦੇ ਮੇਲ ਦੀ ਪਈ ਤਾਂ ਆਪ ਦੋਵੇਰਨ ਦੇ ਰਸਤੇ ਥਮਾਲੀ ਆ ਗਏ ਜਿੱਥੇ ਸੰਤ ਰਾਮ ਸਿੰਘ ਜੀ ਆਪ ਜੀ ਦੀ ਬਹੁਤ ਦੇਰ ਤੋਂ ਤਾਂਘ ਵਿੱਚ ਸਨ। ਧੰਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਤੇ ਉਹਨਾਂ ਦੀ ਸਿੱਖੀ ਤੇ ਧੰਨ ਧੰਨ ਉਹਨਾਂ ਦੇ ਸਿੱਖ ਜੋ ਕਿ ਧੰਨ ਧੰਨ ਸੰਤ ਬਾਬਾ ਅਤਰ ਸਿੰਘ ਜੀ ਵਾਂਗ ਬੰਦਗੀ ਕਰਦੇ ਹਨ ਤੇ ਉਸ ਪਰਮਾਤਮਾ ਨੂੰ ਪਾਉਂਦੇ ਹਨ ਤੇ ਉਸ ਪਰਮਾਤਮਾ ਦਾ ਰੂਪ ਹੀ ਬਣ ਜਾਂਦੇ ਹਨ।